ਅਜੀਤ ਵੈਬ ਟੀਵੀ ਲਈ ਅੱਜ ਅਸੀਂ ਪਹੁੰਚੇ ਹਾਂ। ਜਿਹੜੀ ਸੜਕ ਧੂਰੀ ਨੂੰ ਜਾਂਦੀ ਹੈ ਪਿੰਡ ਬਾਗੜੀਆਂ ਤੋਂ, ਇਸ ਸੜਕ ਦਾ ਜਿਹੜਾ ਹਾਲ ਹੈ ਕੁੱਲ ਮਿਲਾ ਕੇ ਬਾਕੀ ਪੰਜਾਬ ਦੀਆਂ ਸੜਕਾਂ ਵਾਲਾ ਹੀ ਹੈ। ਇੱਕ ਤਰਾਸਦੀ ਹੈ, ਵੱਡੀ ਤਰਾਸਦੀ ਹੈ। ਸਰਕਾਰਾਂ ਬੇਸ਼ੱਕ ਬਦਲੀਆਂ ਨੇ, ਪਰ ਜਿਹੜੇ ਸੜਕਾਂ ਦੇ ਉੱਪਰ ਹਾਲਾਤ ਨੇ, ਖਾਸ ਕਰ ਸੁੱਕੇ ਹੋਏ ਦਰਖਤਾਂ ਨੂੰ ਲੈ ਕੇ, ਉਹ ਬਿਲਕੁਲ ਨਹੀਂ ਬਦਲੇ। ਇਹੀ ਤਰਾਸਦੀ ਨੂੰ ਅੱਜ ਦਿਖਾਉਣ ਦੇ ਲਈ ਅਸੀਂ ਇਸ ਸੜਕ ਤੇ ਪਹੁੰਚੇ ਹਾਂ, ਜਿਹੜੀ ਕਿ ਪਿੰਡ ਬਾਗੜੀਆਂ ਤੋਂ ਧੂਰੀ ਨੂੰ ਜੋੜਦੀ ਹੈ ਤੇ ਪਿੰਡ ਗੀਗਾ ਮਾਜਰਾ ਦੇ ਨਜ਼ਦੀਕ ਉਹ ਪੂਰੀ ਤਰ੍ਹਾਂ ਮਿਸਾਲ ਕਾਇਮ ਕਰਦੀ ਹੈ ਕਿ ਜਿਹੜੀਆਂ ਸੜਕਾਂ ਨੇ ਤੇ ਸੜਕਾਂ ਦੇ ਉੱਪਰ ਖੜੇ ਜਿਹੜੇ ਸੁੱਕੇ ਦਰਖਤ ਨੇ, ਉਹ ਮਨੁੱਖੀ ਜਾਨਾਂ ਲਈ ਕਿਵੇਂ ਜਾਨ ਦਾ ਖੌਅ ਬਣੇ ਹੋਏ ਨੇ। ਉਹਦੀਆਂ ਸਾਫ਼-ਸਾਫ਼ ਜਿਹੜੀਆਂ ਉਦਾਹਰਨਾਂ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਆਹ ਦੇਖੋ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੱਟੇ ਵੱਢੇ ਜਿਹੜੇ ਦਰਖਤ ਨੇ ਉਹ ਇੱਥੇ ਪਏ ਨੇ। ਤੇ ਨਾਲ ਹੀ ਵੱਡੀ ਗੱਲ ਇਹ ਕਿ ਇਹ ਸੁੱਕੇ ਹੋਏ ਦਰਖਤ ਕੱਟੇ ਵੱਢੇ ਪਏ ਨੇ, ਕਿਉਂਕਿ ਜਦੋਂ ਇਹ ਸੁੱਕਾ ਦਰਖਤ ਸੜਕ ਤੇ ਡਿੱਗਦਾ ਹੈ ਤਾਂ ਇਹਨੂੰ ਕੱਟ ਵੱਢ ਕੇ ਸਾਈਡ ਤੇ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਗਲ ਜਾਂਦਾ ਹੈ। ਅੱਛਾ, ਨਾਲ ਹੋਰ ਹੀ ਇੱਕ ਵੱਡੀ ਤਰਾਸਦੀ ਹੈ, ਵਣ ਵਿਭਾਗ ਦੀਆਂ ਨਰਸਰੀਆਂ ਹੋਣ ਦੇ ਬਾਵਜੂਦ ਨਵੇਂ ਬੂਟੇ ਨੇ ਜਿਹੜੇ ਖਾਲੀ ਜਗ੍ਹਾ ਬਹੁਤ ਜ਼ਿਆਦਾ ਤੁਹਾਨੂੰ ਥਾਂ ਤੇ ਖਾਲੀ ਜਗ੍ਹਾ ਵੇਖਣ ਨੂੰ ਮਿਲ ਜਾਂਦੀ ਹੈ, ਪਰ ਨਾਪ ਦੀਆਂ ਨਰਸਰੀਆਂ ਹੋਣ ਦੇ ਬਾਵਜੂਦ ਦੋਹਰੀ ਮਾਰ ਜਿਹੜੀ ਪੈਂਦੀ ਹੈ। ਇੱਕ ਤਾਂ ਜਿਹੜੇ ਸੁੱਕੇ ਦਰਖਤ ਹੁੰਦੇ ਨੇ ਉਹ ਡਿੱਗ ਕੇ ਗਲ ਜਾਂਦੇ ਨੇ, ਉਹਨਾਂ ਦੀ ਸਾਂਭ ਸੰਭਾਲ ਨਹੀਂ ਹੋ ਪਾਉਂਦੀ, ਤੇ ਨਾਲ ਹੀ ਜਿਹੜੇ ਨਵੇਂ ਦਰਖਤ ਨੇ ਵਣ ਮਹਾ ਉਤਸਵ ਦੇ ਨਾਂ ਤੇ ਕਾਫੀ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ, ਪਰ ਸੜਕਾਂ ਦੇ ਕਿਨਾਰੇ ਵੀ ਜਿਹੜਾ ਮਹਿਕਮਾ ਹੈ ਉਹ ਦਰਖਤ ਲਗਾਉਣ ਤੋਂ ਬਿਲਕੁਲ ਸੰਕੋਚ ਕਰਦਾ ਹੈ। ਦੋਨੇ ਦਿਸ਼ਾਵਾਂ ਦੇ ਉੱਪਰ ਪੁਰਾਣੇ ਦਰਖਤ ਖੜੇ ਤੁਹਾਨੂੰ ਦਿਖਾਈ ਦੇਣਗੇ, ਸੁੱਕੇ ਹੋਏ ਦਰਖਤ ਤੁਹਾਨੂੰ ਦਿਖਾਈ ਦੇਣਗੇ, ਪਰ ਨਵੇਂ ਬੂਟੇ ਜਿਹੜੇ ਲੱਗੇ ਹੋਏ ਨੇ ਉਹ ਬਿਲਕੁਲ ਦਿਖਾਈ ਨਹੀਂ ਦਿੰਦੇ। ਅਸਲ ਦੇ ਵਿੱਚ ਜੇ ਮੋਟਾ ਅੰਦਾਜ਼ਾ ਲਾਇਆ ਜਾਵੇ, ਅਗਰ ਸਹੀ ਢੰਗ ਦੇ ਨਾਲ ਜਿਹੜੀ ਸਾਂਭ ਸੰਭਾਲ ਹੈ ਇਹਨਾਂ ਦਰਖਤਾਂ ਦੀ ਹੁੰਦੀ ਤਾਂ ਕਰੋੜਾਂ ਰੁਪਈਆ ਸੀਗਾ ਜਿਹੜਾ ਉਹ ਸਰਕਾਰਾਂ ਨੂੰ ਮੁਨਾਫਾ ਇਸ ਗੱਲ ਦਾ ਹੋ ਜਾਣਾ ਸੀ, ਕਿਉਂਕਿ ਕਰੋੜਾਂ ਛੱਡੋ ਅਰਬਾਂ ਰੁਪਏ ਦੇ ਜਿਹੜੇ ਦਰਖਤ ਨੇ ਜਿਨ੍ਹਾਂ ਦੇ ਵਿੱਚ ਟਾਹਲੀਆਂ, ਬਹੁਤ ਪੁਰਾਣੀਆਂ ਟਾਹਲੀਆਂ ਸੀਗੀਆਂ ਜਿਹੜੀਆਂ ਉਹ ਵੇਚੀਆਂ ਜਾ ਸਕਦੀਆਂ ਸੀ। ਉਹਦੇ ਨਾਲ ਜਿਹੜਾ ਪੰਜਾਬ ਸਰਕਾਰ ਦੇ ਸਿਰ ਚੜ੍ਹਿਆ ਹੋਇਆ ਕਰਜ਼ਾ ਉਹਨੂੰ ਕਾਫੀ ਘਟਾਉਣ ਦੇ ਵਿੱਚ ਮਦਦ ਮਿਲਦੀ। ਪਰ ਜਿਹੜੀਆਂ ਪਿਛਲੇ ਸਮੇਂ 'ਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਜਾਂ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਹੈ, ਸਰਕਾਰਾਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰੀ ਹੈ, ਸਰਕਾਰਾਂ ਬੇਸ਼ੱਕ ਬਦਲੀਆਂ ਨੇ, ਪਰ ਸਰਕਾਰਾਂ ਦੀ ਸੋਚ ਬਿਲਕੁਲ ਨਹੀਂ ਬਦਲੀ। ਜਿੱਥੇ ਇਹ ਸੁੱਕੇ ਦਰਖਤ ਬਿਲਕੁਲ ਗਲ ਕੇ ਖਤਮ ਹੋ ਜਾਂਦੇ ਨੇ, ਉੱਥੇ ਹੀ ਇਹ ਜਿਹੜੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਇਹ ਜਿਹੜੇ ਸੁੱਕੇ ਦਰਖਤ ਨੇ ਜਾਨ ਦਾ ਖੌਅ ਬਣਦੇ ਨੇ। ਜਦੋਂ ਕੋਈ ਮੀਂਹ ਹਨੇਰੀ ਝੱਖੜ ਆਉਂਦਾ ਹੈ ਤਾਂ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਉਜਾਈ ਚਲੇ ਜਾਂਦੀਆਂ ਨੇ। ਪਰ ਜਿੱਥੇ ਇਸ ਦੇ ਲਈ ਜਿਹੜਾ ਵਣ ਵਿਭਾਗ ਹੈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਉੱਥੇ ਹੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਕੋਲ ਕੋਈ ਖਾਸ ਰਣਨੀਤੀ ਨਹੀਂ ਹੁੰਦੀ। ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਸਿਰਫ ਇੰਨਾ ਕੁ ਕਹਿ ਦਿੱਤਾ ਜਾਂਦਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਹਦਾਇਤਾਂ ਦੇ ਮੱਦੇਨਜ਼ਰ ਜਿਹੜਾ ਜੀ ਅਸੀਂ ਦਰਖਤਾਂ ਨੂੰ ਕੱਟ ਨਹੀਂ ਸਕਦੇ। ਤੇ ਕਈ ਵਾਰ ਅਸੀਂ ਇਹ ਵੀ ਦੇਖਿਆ ਵੀ ਉਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜਿਹੜਾ, ਉਹਦੀਆਂ ਹਦਾਇਤਾਂ ਕਿੱਥੇ ਚਲੇ ਜਾਂਦੀਆਂ ਨੇ ਜਦੋਂ ਹਰੇ ਭਰੇ ਦਰਖਤਾਂ ਦੇ ਉੱਪਰ ਕਹਾੜਾ ਚੱਲ ਜਾਂਦਾ ਹੈ। ਮੈਂ ਆਪਦੇ ਸਹਿਯੋਗੀ ਨੂੰ ਕਹੂੰਗਾ ਕਿ ਮੇਰੇ ਜਿਹੜਾ ਸਾਹਮਣੇ ਦਾ ਦ੍ਰਿਸ਼ ਉਹ ਤੁਹਾਨੂੰ ਦਿਖਾਊਗਾ ਵੀ ਕਿਸ ਤਰ੍ਹਾਂ ਦੇ ਜਿਹੜੇ ਸੁੱਕੇ ਦਰਖਤ ਨੇ, ਬਹੁਤ ਵੱਡੇ ਕੱਦ ਦੇ ਜਿਹੜੇ ਸੁੱਕੇ ਦਰਖਤ ਨੇ, ਉਹ ਕਿਸ ਤਰ੍ਹਾਂ ਕਾਫੀ ਸਮੇਂ ਤੋਂ ਇਸ ਹਾਲਤ ਦੇ ਵਿੱਚ ਨੇ, ਜਾਂ ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਬਿਆਨ ਕਰਦੇ ਨੇ ਕਿ ਉਹਨਾਂ ਦੀ ਥਾਂ ਤੇ ਅਗਰ ਨਵੇਂ ਬੂਟੇ ਲਗਾਏ ਜਾਂਦੇ ਤਾਂ ਉਹ ਕਿੰਨੀ ਆਕਸੀਜਨ ਜਿਹੜੀ ਵੰਡਦੇ, ਕਿਉਂਕਿ ਹੁਣ ਤੁਸੀਂ ਦੇਖਿਆ ਪਿੱਛੇ ਕਰੋਨਾ ਦਾ ਸਮਾਂ ਲੰਘਿਆ, ਆਕਸੀਜਨ ਦੀ ਜਿਹੜੀ ਕਿੰਨੀ ਜ਼ਿਆਦਾ ਘਾਟ ਹੈ ਉਹ ਪਾਈ ਜਾਂਦੀ ਰਹੀ ਹੈ। ਇਸ ਦੇ ਬਾਵਜੂਦ ਸਰਕਾਰਾਂ ਨੇ ਜਿਹੜੀਆਂ, ਜਿਵੇਂ ਕਿਹਾ ਜਾਂਦਾ ਹੈ ਵੀ ਗੌਰਮੈਂਟ ਗੌਰ ਕਰਕੇ ਮਿੰਟ ਕੁ ਬਾਅਦ ਭੁੱਲ ਜਾਂਦੀ ਹੈ, ਉਹਨਾਂ ਦੇ ਵੱਲੋਂ ਕੋਈ ਵੀ ਇਸ ਪ੍ਰਤੀ ਜਿਹੜੀ ਠੋਸ ਹੈ ਉਹ ਰਣਨੀਤੀ ਨਹੀਂ ਉਲੀਕੀ ਗਈ। ਜਦੋਂ ਹਰੇ ਭਰੇ ਦਰਖਤਾਂ ਤੇ ਕਹਾੜਾ ਚਲਾਉਣਾ ਹੁੰਦਾ ਹੈ ਉਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਪਰ ਜਦੋਂ ਇਸ ਤਰ੍ਹਾਂ ਸੁੱਕੇ ਦਰਖਤਾਂ ਦੀ ਗੱਲ ਆਉਂਦੀ ਹੈ, ਜਿਹੜੇ ਹਾਦਸਿਆਂ ਨੂੰ ਸ਼ਰੇਆਮ ਸੱਦਾ ਦਿੰਦੇ ਨੇ, ਤੇ ਉਹਨਾਂ ਨੂੰ ਕੱਟ ਕੇ ਲੱਖਾਂ ਕਰੋੜਾਂ ਰੁਪਈਏ ਦਾ ਵੇਚ ਕੇ ਅਗਰ ਉਹ ਸਹੀ ਸਮੇਂ ਤੇ ਕੱਟਿਆ ਜਾਵੇ ਉਹਨਾਂ ਨੂੰ, ਔਰ ਉੱਥੇ ਨਵੇਂ ਜਿਹੜੇ ਬੂਟੇ ਨੇ ਉਹ ਲਗਾਏ ਜਾਣ, ਤਾਂ ਜਿਹੜਾ ਲੱਖਾਂ ਜਾਂ ਕਰੋੜਾਂ ਰੁਪਈਆ ਜਿਹੜਾ ਉਹ ਸਰਕਾਰ ਨੂੰ ਮਿਲ ਸਕਦਾ ਹੈ। ਪਰ
ਬਿਲਕੁਲ ਇਸ ਪਾਸੇ ਜਿਹੜੀਆਂ ਸਰਕਾਰਾਂ ਨੇ ਉਹ ਧਿਆਨ ਨਹੀਂ ਦਿੰਦੀਆਂ। ਜਿੱਥੇ ਸਰਕਾਰਾਂ ਸੁੱਤੀਆਂ ਰਹਿੰਦੀਆਂ ਨੇ ਉੱਥੇ ਹੀ ਜਿਹੜਾ ਵਣ ਵਿਭਾਗ ਹੈ ਉਹ ਵੀ ਇਸ ਗੱਲ ਤੇ ਬਿਲਕੁਲ ਧਿਆਨ ਨਹੀਂ ਦਿੰਦਾ। ਕਈ ਵਾਰ ਤਾਂ ਇਹ ਹੁੰਦਾ ਵੀ ਆਪਣੇ ਚਹੇਤੇ ਨੇ ਜਿਹੜੇ ਉਹਨਾਂ ਨੂੰ ਜਿਹੜਾ ਵਣ ਵਿਭਾਗ ਹੈ ਉਹ ਲੱਕੜਾਂ ਵੱਢਣ ਦੀ ਇਜਾਜ਼ਤ ਦੇ ਦਿੰਦਾ ਹੈ। ਖੁਰਦ-ਬੁਰਦ ਹੋ ਜਾਂਦੀਆਂ ਨੇ। ਅਸਲ ਦੇ ਵਿੱਚ ਅੱਜ ਤੱਕ ਕਿੰਨੇ ਅਨੇਕਾਂ ਬੂਟੇ ਨੇ ਜਿਹੜੇ ਜਾਂ ਦਰਖਤ ਨੇ ਉਹ ਗੁਰਦ-ਬੁਰਦ ਹੋਏ ਨੇ। ਔਰ ਉਹ ਕਿਉਂ ਬਾਦਸਤੂਰ ਇਹ ਜਿਹੜਾ ਸਿਲਸਿਲਾ ਜਾਰੀ ਰਹਿੰਦਾ ਕਿਉਂਕਿ ਹਜੇ ਤੱਕ ਕੋਈ ਵੀ ਜਿਹੜਾ ਵਣ ਵਿਭਾਗ ਦਾ ਅਧਿਕਾਰੀ ਹੈ ਉਹਦੇ ਤੇ ਜਿਹੜੀ ਠੋਸ ਕਾਰਵਾਈ ਉਹ ਨਹੀਂ ਬਣਦੀ। ਸਾਡੇ ਨਾਲ ਅੱਜ ਪਿੰਡ ਗੀਗਾ ਮਾਜਰਾ ਤੋਂ ਕਈ ਸ਼ਖਸੀਅਤਾਂ ਜਿਹੜੀਆਂ ਮੌਜੂਦ ਨੇ ਜਿਹੜੀਆਂ ਮਹਿਸੂਸ ਕਰਦੀਆਂ ਨੇ ਇਸ ਦਰਦ ਨੂੰ। ਉਹਨਾਂ ਦੇ ਦਿਲ ਦੇ ਵਿੱਚ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਜਿਹੜਾ ਵਣ ਵਿਭਾਗ ਹੈ ਜਾਂ ਸਰਕਾਰਾਂ ਦੀ ਅਣਦੇਖੀ ਹੈ ਉਹਦੇ ਕਰਕੇ ਜਿੱਥੇ ਕੀਮਤੀ ਜਾਨਾਂ ਨੇ ਜਿਹੜੀਆਂ ਇਹਦੀਆਂ ਭੇਟ ਚੜ ਜਾਂਦੀਆਂ ਨੇ ਉੱਥੇ ਹੀ ਕਿਤੇ ਨਾ ਕਿਤੇ ਨਵੇਂ ਬੂਟੇ ਲੱਗ ਕੇ ਸੜਕ ਹੈ ਜਿਹੜੀ ਉਹ ਵੀ ਸੋਹਣੀ ਲੱਗਦੀ ਹੈ। ਗੱਲ ਕਰਦੇ ਹਾਂ। ਸ਼ੁਭ ਨਾਮ ਕੀ ਹੈ ਸਰ ਤੁਹਾਡਾ? ਸੁਰਜੀਤ ਸਿੰਘ। ਸੁਰਜੀਤ ਸਿੰਘ ਜੀ, ਤੁਸੀਂ ਨੁਮਾਇੰਦੇ ਹੋ ਇਸ ਪਿੰਡ ਦੇ, ਤੁਹਾਡਾ ਕਾਫੀ ਨਾਮ ਹੈ। ਤੁਸੀਂ ਕੀ ਸੋਚਦੇ ਹੋ ਵੀ ਕਿਤੇ ਨਾ ਕਿਤੇ ਸਰਕਾਰ ਦੀ ਨਲਾਇਕੀ ਹੈ ਜਾਂ ਵਣ ਵਿਭਾਗ ਦੀ ਨਲਾਇਕੀ ਹੈ? ਅਸੀਂ ਤਾਂ ਵਣ ਵਿਭਾਗ ਦੀ ਜ਼ਿਆਦਾ ਮੰਨਦੇ, ਵਿੱਚ ਸਰਕਾਰ ਦੀ ਲਾਓ ਜੀ। ਜੀ, ਵਣ ਵਿਭਾਗ ਨੂੰ ਕੀ ਕਰਨਾ ਚਾਹੀਦਾ ਹੈ ਜਿਹੜਾ ਉਹ ਨਹੀਂ ਕਰ ਰਿਹਾ ਜੀ? ਅਸੀਂ ਕਮ ਸੇ ਕਮ 5-7 ਗੇਲੇ ਦੀ ਰਿਪੋਰਟ ਵੀ ਦਿੱਤੀ ਜੀ, ਫੋਨ ਤੇ ਵੀ ਕਿਹਾ ਉਹਨਾਂ ਨੂੰ, ਪਰ ਉਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਜੀ। ਤੇ ਉਹ ਦੇਖੋ ਇੱਕ ਲਾਈਨ ਦੇ ਉੱਤੇ ਟਾਹਲੀ ਆ ਜੀ ਤੇ ਉਹ ਜਾਨੀ ਨੁਕਸਾਨ ਵੀ ਬਹੁਤ। ਬਿਜਲੀ ਦੀ ਲਾਈਨ ਉੱਪਰ ਟਾਹਲੀ ਆ, ਉਹਦੀਆਂ ਵਾਰੀ-ਵਾਰੀ ਤੁਸੀਂ ਕਹਿ ਚੁੱਕੇ ਹੋ ਪਰ ਫਿਰ ਵੀ ਉਹਦੀ ਕਹਿ ਚੁੱਕੇ ਹਾਂ ਜੀ, ਕੋਈ ਨਹੀਂ ਸੁਣਦਾ ਜੀ। ਜੀ ਜੀ ਜੀ। ਹਾਂ ਜੀ। ਜਿਹੜੇ ਇਹ ਸੁੱਕੇ ਦਰਖਤ ਨੇ ਅਸੀਂ ਦੇਖਦੇ ਹਾਂ ਕਾਫੀ ਚਿਰ ਤੋਂ, ਅਸੀਂ ਵੀ ਇੱਥੋਂ ਦੀ ਲੰਘਦੇ ਹਾਂ ਕਿ ਸੁੱਕੇ ਦਰਖਤ ਨੇ ਜਦੋਂ ਉਹ ਡਿੱਗ ਜਾਂਦੇ ਨੇ ਫਿਰ ਉਸ ਤੋਂ ਬਾਅਦ ਉਹ ਥੋੜਾ ਘਟਦਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਦਰਖਤ ਹੈ। ਵੀ ਉਹਨੂੰ ਕੌਣ ਲੈ ਜਾਂਦਾ ਹੈ ਜਾਂ ਜਿਹੜਾ ਇਹ ਵਣ ਵਿਭਾਗ ਹੈ ਉਹਨਾਂ ਦੇ ਕੋਈ ਜਿਹੜੇ ਹਤੈਸ਼ੀ ਨੇ ਉਹਨਾਂ ਦੇ ਨੇੜਲੇ ਨੇ ਉਹੀ ਲੈ ਜਾਂਦੇ ਨੇ? ਇਹ ਆਪ ਕਰਾਉਂਦੇ ਨੇ ਜੀ ਵਣ ਵਿਭਾਗ ਵਾਲੇ। ਠੀਕ ਹੈ ਜੀ। ਪੈਸੇ ਲੈ ਕੇ ਕਰਾ ਰਹੇ ਨੇ। ਇੱਕ ਸਰਪੰਚ ਸਾਹਿਬ ਹੋਰ ਵੀ ਕੌੜੀ ਸਚਾਈ ਹੈ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਵੀ ਅਕਸਰ ਕਿਹਾ ਜਾਂਦਾ ਹੈ ਵੀ ਜਿਹੜੇ ਜਦੋਂ ਨਵੇਂ ਬੂਟੇ ਲੱਗਦੇ ਨੇ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਪੰਚਾਇਤਾਂ ਲਗਾਉਂਦੀਆਂ ਨੇ ਸੜਕਾਂ ਕਿਨਾਰੇ ਤਾਂ ਕਿਉਂਕਿ ਵਣ ਵਿਭਾਗ ਦੀ ਉਹ ਡਿਊਟੀ ਹੁੰਦੀ ਹੈ ਤਾਂ ਉਦੋਂ ਬੱਕਰੀਆਂ ਵਾਲਿਆਂ ਨੂੰ ਨਹੀਂ ਰੋਕਿਆ ਜਾਂਦਾ। ਜੇ ਕੋਈ ਬੱਕਰੀਆਂ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬੱਕਰੀਆਂ ਵਾਲੇ ਅੱਗੋਂ ਲੜਦੇ ਨੇ ਵੀ ਅਸੀਂ ਤਾਂ ਵਣ ਵਿਭਾਗ ਨੂੰ ਮਹੀਨਾ ਦਿੰਦੇ ਹਾਂ, ਹਫ਼ਤਾ ਦਿੰਦੇ ਹਾਂ। ਉਹਦੇ 'ਚ ਵੀ ਕੋਈ ਸਚਾਈ ਹੈ? ਉਹ ਸਾਨੂੰ ਪੁੱਛਿਆ ਚਾਹੀਦਾ ਜੀ ਸਾਡੇ ਤੇ ਕੀ ਹੋਇਆ ਦੀ। ਹਾਂਜੀ, ਕੀ ਹੋਇਆ ਸੀ ਸਰਪੰਚ ਸਾਹਿਬ? ਜਾਣਨਾ ਚਾਹਾਂਗੇ ਅਸੀਂ। ਬਿਲਕੁਲ ਦਰਖਾਸਤ ਦੇਤੀ ਦੀ ਜੀ। ਹਾਂ ਜੀ। ਕਿਸ ਗੱਲ ਦੀ ਜੀ? ਵੀ ਅਸੀਂ ਕਿਹਾ ਤਾਂ ਸਿਰਫ ਇਹੀ ਦੀ ਵੀ ਬੱਕਰੀਆਂ ਵਾਲੇ ਆਹ ਕਰਦੇ ਨੇ ਜੀ, ਪਰ ਉਹਨਾਂ ਨੇ ਉਲਟ ਸਾਡੇ ਤੇ ਦਰਖਾਸਤ ਦੇ ਦਿੱਤੀ ਵੀ ਸਾਡੀਆਂ ਬੱਕਰੀਆਂ ਨੂੰ ਜ਼ਹਿਰ ਪਾ ਕੇ ਮਾਰ ਦਿੱਤਾ। ਬਿਲਕੁਲ ਦੇਖੋ ਇੱਕ ਕੌੜੀ ਸਚਾਈ ਦਾ ਇਹਨਾਂ ਵੱਲੋਂ ਵਰਣਨ ਕੀਤਾ ਗਿਆ ਵੀ ਅਸੀਂ ਜਦੋਂ ਇਸ ਗੱਲ ਲਈ ਆਵਾਜ਼ ਬੁਲੰਦ ਕੀਤੀ ਵੀ ਜਿਹੜਾ ਬੱਕਰੀਆਂ ਵਾਲੇ ਨੇ ਉਹ ਇੱਥੇ ਨਵੇਂ ਜਿਹੜੇ ਬੂਟੇ ਲਗਾਏ ਜਾਂਦੇ ਨੇ ਜਾਂ ਨਵੇਂ ਬੂਟਿਆਂ ਤੋਂ ਇਲਾਵਾ ਜਿਹੜੇ ਪਹਿਲਾਂ ਦੇ ਬੂਟੇ ਲੱਗੇ ਹੋਏ ਨੇ ਉਹਨਾਂ ਦੀ ਕਾਂਟ ਛਾਂਟ ਕਰਦੇ ਨੇ। ਕਈ ਵਾਰ ਤਾਂ ਇੰਨਾ ਦੁਖਦ ਇਹ ਗੱਲ ਹੁੰਦੀ ਹੈ ਵੀ ਜਿਹੜਾ ਸਿਰ ਹੁੰਦਾ ਇੱਕ ਛੋਟੇ ਬੂਟੇ ਦਾ ਸਿਰ ਹੁੰਦਾ, ਸਿਰ ਤੱਕ ਹੀ ਵੱਢ ਦਿੱਤਾ ਜਾਂਦਾ ਉਹਨੂੰ। ਵੀ ਇੱਕ ਆਦਮੀ ਦਾ ਕਤਲ ਕਰਨ ਜਿੰਨੀ ਗੰਭੀਰਤਾ ਵਾਲਾ ਉਹ ਮਸਲਾ ਹੁੰਦਾ ਕਿਉਂਕਿ ਅਸੀਂ ਪਿੱਛੇ ਜੇ ਦਿਨੇ ਆਕਸੀਜਨ ਦੀ ਜਿਹੜੀ ਘਾਟ ਹੈ ਉਹ ਦੇਖੀ ਹੈ ਸਾਡੇ। ਜੀ 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 ਜੀ। ਅਸੀਂ ਰਾਤ ਨੂੰ ਇੱਥੇ ਟਰਾਲੀ 'ਚ ਲੱਦਦੇ ਫੜੇ ਜੀ। ਜੀ। ਇਹ ਬੰਦਾ ਵੀ ਮੇਰੇ ਨਾਲ ਦੀ ਜੀ। ਅਸੀਂ ਪੂਰੀ ਮਿਹਨਤ ਕਰੀ, ਮਤਲਬ ਉਹਨਾਂ ਨੂੰ ਫੜਨ ਵਾਸਤੇ ਪੁਲਿਸ ਵਾਲਿਆਂ ਨੂੰ ਵੀ ਲਿਆਂਦਾ, ਬਾਅਦ 'ਚ ਪੈਸੇ ਲੈਤੇ ਤੇ ਉਹਨੂੰ ਉੱਕਣੇ ਸੜਤਾ। ਤੁਸੀਂ ਨਾਲ ਸੀਗੇ ਇਹਨਾਂ ਦੇ ਜਦੋਂ ਇਸ ਤਰ੍ਹਾਂ ਦੀ? ਤੁਹਾਡਾ ਨਾਮ ਕੀ ਹੈ ਜੀ? ਹਾਕਮ ਸਿੰਘ ਜੀ। ਹਾਕਮ ਸਿੰਘ ਜੀ, ਮਤਲਬ ਕੋਈ ਕਾਰਵਾਈ ਨਹੀਂ ਹੋਈ ਜਦੋਂ ਸ਼ਰੇਆਮ ਰੰਗੇ ਹੱਥੀ ਬੰਦਿਆਂ ਨੂੰ? ਨਾ ਕੋਈ ਕਾਰਵਾਈ ਨਹੀਂ ਹੋਈ। ਸਾਰੀਆਂ ਗਵਾਹੀਆਂ ਪਾਈਆਂ ਜੀ, ਸਾਰਾ ਕੁਝ ਕਰਿਆ, ਬਾਅਦ 'ਚ ਜਦ ਫੈਸਲਾ ਕਰਿਆ ਸਾਨੂੰ ਪੁੱਛਿਆ ਵੀ ਨਹੀਂ। ਇਹ ਵਣ ਵਿਭਾਗ ਵੱਲੋਂ ਇਹ ਮਿਲੀ ਭੁਗਤ ਕੀਤੀ ਗਈ ਹੈ ਜੀ? ਬਿਲਕੁਲ ਜੀ। ਹਾਂਜੀ, ਕੁਝ ਕਹਿਣਾ ਚਾਹੋਗੇ ਜੀ? ਅੱਗੇ ਆਜੋ ਜੀ, ਆਪਦਾ ਨਾਮ ਦੱਸ ਦਿਓ। ਵਿਕਰਮਜੀਤ ਜੀ। ਹਾਂਜੀ ਵਿਕਰਮਜੀਤ ਜੀ, ਕੀ ਇਹ ਜਿਹੜਾ ਸਾਰਾ ਕੁਝ ਘਟਨਾਕ੍ਰਮ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਰ ਇਹ ਬਹੁਤ ਵੱਡੀ ਲਾਪਰਵਾਹੀ ਕਰ ਰਹੇ ਨੇ ਜੀ ਵਣ ਵਿਭਾਗ ਵਾਲੇ। ਇੱਕ ਤਕਰੀਬਨ ਇਹਦੇ ਤੇ 5 ਜਾਂ 6 ਤਾਂ ਐਪਲੀਕੇਸ਼ਨ ਦਿੱਤੀਆਂ ਹੋਈਆਂ ਨੇ ਸਾਡੀਆਂ। ਠੀਕ ਹੈ ਜੀ। ਤੇ ਪਰਸੋਂ ਚੌਥੀ ਇੱਥੇ ਟਰਾਲੀ ਫਸ ਗਈ ਸੀ, ਉਹਦੇ ਨਾਲ ਇੱਕ ਬਹੁਤ ਵੱਡਾ ਯਾਨੀ ਹਾਦਸਾ ਹੁਣ ਉਹ ਟਲ ਗਿਆ। ਜੀ ਜੀ ਜੀ। ਠੀਕ ਹੈ ਜੀ। ਤੇ ਇਹ ਟਾਲੀ ਹੈ ਜਿਹੜੀ ਇਹ ਵੀ ਇੱਕ ਦਿਨ ਮੀਂਹ ਪੈਂਦੇ ਜੀ ਡਿੱਗੀ, ਯਾਨੀ ਕਿ ਇਹਦੇ 'ਚ ਵੀ ਕੋਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਜੀ। ਠੀਕ ਹੈ ਠੀਕ ਹੈ। ਹਾਂਜੀ ਹਾਂ। ਜਾਣੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਸੁੱਕੇ ਦਰਖਤਾਂ ਕਰਕੇ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਵਣ ਵਿਭਾਗ ਹੈ ਜਿਹੜਾ ਲਾਪਰਵਾਹੀ ਵਰਤਦਾ, ਪੂਰੀ ਲਾਪਰਵਾਹੀ ਵਰਤ ਰਿਹਾ ਜੀ। ਸਰ ਇੱਕ ਚੀਜ਼ ਹੋਰ ਦੇਖੋ ਜੀ, ਇਹ ਹੁਣ ਵੱਢ ਕੇ ਇਹਨਾਂ ਦੇ ਸੁੱਕੇ ਚੱਕ ਕੇ ਨਹੀਂ ਲਿਜਾਂਦੇ, ਉਰੀ ਸਿੱਟੀ ਜਾਂਦੇ ਨੇ, ਇਹ ਫਿਰ ਵੇਚਦੀ ਨੇ। ਇਹ ਹੋਰ ਕੀ ਕਰਦੇ ਨੇ, ਮਗਰੋਂ ਵੇਚ ਜਾਂਦੇ ਨੇ, ਪੈਸੇ ਲੈ ਜਾਂਦੇ ਨੇ। ਜਿਹੜੀ ਪਿੰਡ ਗੀਗਾ ਮਾਜਰਾ ਦੀ ਪੰਚਾਇਤ ਆ ਜਾਂ ਪ੍ਰਮੁੱਖ ਜਿਹੜੀਆਂ ਮੁੱਖ ਸ਼ਖਸੀਅਤਾਂ ਨੇ ਉਹਨਾਂ ਦਾ ਜਿਹੜਾ ਦਰਦ ਹੈ ਉਸ ਨੂੰ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜਾ ਵਣ ਵਿਭਾਗ ਹੈ
ਉਹਦੀ ਮਿਲੀ ਭੁਗਤ ਦੇ ਨਾਲ ਇਹ ਜਿਹੜਾ ਲੱਖਾਂ ਦਾ ਜਿਹੜਾ ਸਰਮਾਇਆ ਹੈ ਉਹ ਕਿਸ ਤਰ੍ਹਾਂ ਬਰਬਾਦ ਹੁੰਦਾ ਜਾਂਦਾ ਹੈ। ਉਹ ਬਰਬਾਦੀ ਨੂੰ ਰੋਕਣ ਵਾਲਾ ਕੋਈ ਦਿਖਦਾ ਨਹੀਂ ਹੈਗਾ। ਸਰਕਾਰਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰੀ ਹੈ ਕਿ ਸਰਕਾਰਾਂ ਬਦਲ ਜਾਂਦੀਆਂ ਨੇ, ਪਰ ਸਰਕਾਰਾਂ ਦਾ ਜਿਹੜਾ ਸਿਸਟਮ ਹੈ ਉਹ ਨਹੀਂ ਬਦਲਦਾ, ਕਿਉਂਕਿ ਪਿੱਛੇ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਲਗਾਤਾਰ ਹੀ ਆਵਾਜ਼ ਚੁੱਕੀ ਜਾਂਦੀ ਹੈ ਕਿ ਜੇ ਸਿਰਫ ਪੰਜਾਬ ਦੀਆਂ ਸੜਕਾਂ ਜਾਂ ਜਿਹੜੀਆਂ ਸਰਕਾਰੀ ਥਾਵਾਂ ਨੇ ਜਿਨ੍ਹਾਂ ਦੇ ਥਾਂ ਤੇ ਦਰਖਤ ਲੱਗੇ ਹੋਏ ਨੇ ਜਾਂ ਲਗਾਏ ਜਾਂਦੇ ਨੇ, ਉੱਥੇ ਕਰੋੜਾਂ ਰੁਪਈਆ ਜਿਹੜਾ ਸੰਪਤੀ ਹੈ ਕਰੋੜਾਂ ਰੁਪਈਏ ਦੀ ਉਹ ਤੋਂ ਬਣਾਈ ਜਾ ਸਕਦੀ ਹੈ ਜਾਂ ਸਾਡਾ ਕਰੋੜਾਂ ਰੁਪਈਏ ਦਾ ਸਰਮਾਇਆ ਉਹ ਬਚਾਇਆ ਜਾ ਸਕਦਾ ਹੈ। ਹੁਣ ਇੱਥੇ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਗੱਲ ਕਹਾਣੀ ਆ ਉਹ ਸਮਝ ਨਹੀਂ ਆਉਂਦੀ ਕਿ ਸਰਕਾਰ ਕਿਸ ਸੋਚ ਨੂੰ ਲੈ ਕੇ ਚੱਲੀ ਹੋਈ ਹੈ। ਮੈਂ ਆਪਦੇ ਸਹਿਯੋਗੀ ਨੂੰ ਫਿਰ ਤੋਂ ਕਹਿਣਾ ਚਾਹੂੰਗਾ ਕਿ ਉਹ ਸੜਕ ਦਾ ਸੁੱਕੇ ਦਰਖਤਾਂ ਦੇ ਵਿਚਕਾਰ ਬਿਲਕੁਲ ਵੀ ਕੋਈ ਵੀ ਜਿਹੜਾ ਤੁਸੀਂ ਸਾਫ਼ ਦੇਖ ਸਕਦੇ ਹੋ ਦੋਨੇ ਦਿਸ਼ਾਵਾਂ ਤੇ ਦੋਨੇ ਸਾਈਡਾਂ ਤੇ ਵੀ ਕੋਈ ਵੀ ਨਵਾਂ ਪੌਦਾ ਜਿਹੜਾ ਪੁਰਾਣੇ ਦਰਖਤ ਨੇ ਜਿਹੜੇ ਉਹ ਸੁੱਕ ਚੁੱਕੇ ਨੇ, ਗਲ ਚੁੱਕੇ ਨੇ, ਪਰ ਨਵਾਂ ਕੋਈ ਵੀ ਜਿਹੜਾ ਬੂਟਾ ਹੈਗਾ ਉਹ ਵਣ ਵਿਭਾਗ ਵੱਲੋਂ ਨਹੀਂ ਲਗਾਇਆ ਗਿਆ। ਹਾਲਾਂਕਿ ਇਹ ਵੱਡੀ ਸੜਕ ਹੈ, ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਵਾਲੀ ਸੜਕ ਹੈ ਜਿਹੜੀ ਬਾਗੜੀਆਂ ਤੇ ਧੂਰੀ ਨੂੰ ਆਪਸ ਵਿੱਚ ਜੋੜਦੀ ਹੈ, ਪਰ ਇਸ ਸੜਕ ਦੇ ਦੋਨੇ ਪਾਸੇ ਕਿਤੇ ਵੀ ਕੋਈ ਜਿਹੜਾ ਨਵਾਂ ਬੂਟਾ ਉਹ ਨਹੀਂ ਲਗਾਇਆ ਗਿਆ। ਪੁਰਾਣੇ ਜਿਹੜੇ ਦਰਖਤ ਨੇ ਉਹ ਖਾਸ ਕਰ ਜੇ ਆਪਾਂ ਟਾਹਲੀਆਂ ਦੀ ਗੱਲ ਕਰੀਏ, ਇਹ ਤਕਰੀਬਨ ਟਾਹਲੀ ਦੀ ਕੀਮਤ ਬਹੁਤ ਜ਼ਿਆਦਾ ਹੈ। ਲੱਖਾਂ ਰੁਪਏ ਦੇ ਜਿਹੜੇ ਦਰਖਤ ਨੇ, ਅਗਰ ਇਹਨਾਂ ਨੂੰ ਜੋੜਿਆ ਜਾਵੇ ਤਾਂ ਲੱਖਾਂ ਤੋਂ ਬਾਅਦ ਜਿਹੜੀ ਕਰੋੜਾਂ ਦੀ ਇਹਨਾਂ ਦੀ ਰਕਮ ਬਣਦੀ ਹੈ, ਪਰ ਇੰਨੀ ਰਕਮ ਹੋਣ ਦੇ ਬਾਵਜੂਦ ਇਹਨਾਂ ਨੂੰ ਨਹੀਂ ਸਾਂਭਿਆ ਗਿਆ। ਆ ਤੁਸੀਂ ਸਾਫ਼ ਦੇਖ ਸਕਦੇ ਹੋ, ਇੱਕ ਲਾਈਨ ਹੈ 11,000 ਵੋਲਟ ਦੀ ਇੱਕ ਲਾਈਨ ਹੈ, ਉਹਦੇ ਉੱਪਰ ਜਿਹੜੇ ਇੱਕ ਸੁੱਕਿਆ ਹੋਇਆ ਦਰਖਤ ਹੈ ਪੂਰੀ ਤਰ੍ਹਾਂ ਝੁਕਿਆ ਹੋਇਆ। ਕਦੇ ਵੀ ਜਦੋਂ, ਕਿਉਂਕਿ ਪਿਛਲੇ ਦਿਨੀ ਇੱਕ ਬਹੁਤ ਜ਼ਿਆਦਾ ਜ਼ਬਰਦਸਤ ਹਨੇਰੀ ਵੀ ਸਾਡੇ ਇਲਾਕੇ 'ਚ ਆਈ ਹੈ, ਕਦੇ ਵੀ ਜਦੋਂ ਮੀਂਹ ਪੈਂਦਾ ਹੈ ਨਾਲ ਹਵਾ ਆਉਂਦੀ ਹੈ ਤਾਂ ਕਿਸੇ ਵੀ ਵੇਲੇ ਜਿਹੜਾ ਇਹ ਸੁੱਕਿਆ ਹੋਇਆ ਦਰਖਤ ਹੈ ਜਾਂ ਤਾਂ ਸੜਕ ਤੇ ਡਿੱਗ ਸਕਦਾ ਹੈ ਜਾਂ ਪੂਰਾ ਉਸ ਲਾਈਨ ਤੇ ਡਿੱਗ ਸਕਦਾ ਹੈ। ਪਰ ਇੰਨੀ ਬੇਧਿਆਨੀ ਜਿਹੜਾ ਕਹਿ ਸਕਦੇ ਹਾਂ ਵਣ ਵਿਭਾਗ ਹੈ ਉਹਦੀ ਹੈ ਕਿ ਮਨੁੱਖੀ ਜ਼ਿੰਦਗੀ ਦੀ ਵੀ ਬਿਲਕੁਲ ਉਹ ਪਰਵਾਹ ਨਹੀਂ ਕਰਦਾ। ਜਿੱਥੇ ਵਾਤਾਵਰਨ ਬਚਾਉਣ ਲਈ ਵੀ ਉਹ ਸੁਹਿਰਦ ਨਹੀਂ ਹੈ, ਉੱਥੇ ਹੀ ਮਨੁੱਖੀ ਜ਼ਿੰਦਗੀਆਂ ਦੇ ਲਈ ਵੀ ਉਹਦੀ ਬਿਲਕੁਲ ਕਦਰ ਨਹੀਂ ਹੈ। ਹੁਣ ਫਿਰ ਜਿਹੜੀਆਂ ਗੱਲਾਂ ਉਹੀ ਆ ਜਾਂਦੀਆਂ ਨੇ ਕਿ ਆਖਰਕਾਰ ਲੋਕ ਨੇ ਜਿਹੜੀਆਂ ਉਹ ਸਰਕਾਰਾਂ ਨੂੰ ਤਾਂ ਕਰਕੇ ਚੁਣਦੇ ਨੇ ਜਾਂ ਬਦਲੀ ਕਰਦੇ ਨੇ ਕਿ ਨਵੀਂ ਸਰਕਾਰ ਆਊਗੀ, ਉਹ ਨਵੇਂ ਢੰਗ ਦੇ ਨਾਲ ਨਵੇਂ ਤਰੀਕੇ ਦੇ ਨਾਲ ਸਾਡੀ ਆਵਾਜ਼ ਸੁਣੂਗੀ, ਪਰ ਸਰਕਾਰਾਂ ਬਦਲ ਜਾਂਦੀਆਂ ਨੇ, ਸਿਸਟਮ ਉਹੀ ਰਵਾਇਤੀ ਚੱਲਦੇ ਰਹਿੰਦੇ ਨੇ। ਮੈਂ ਸੁਖਜਿੰਦਰ ਸਿੰਘ ਝੱਲ, ਅਜੀਤ ਵੈਬ ਟੀਵੀ ਲਈ ਸਹਿਯੋਗੀ ਰਣਜੀਤ ਮਨੀ ਦੇ ਨਾਲ ਅਮਰਗੜ੍ਹ ਤੋਂ। ਹਰ ਪਰਿਵਾਰ ਨੂੰ ਚਲਾਉਣ ਵਾਲੀ ਇੱਕ ਔਰਤ ਹੁੰਦੀ ਹੈ। ਔਰਤ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਭਾਵੇਂ ਬੱਚਿਆਂ ਦੀ ਪੜ੍ਹਾਈ ਹੋਏ, ਭਾਵੇਂ ਦਵਾਈ ਹੋਏ, ਭਾਵੇਂ ਘਰ ਨੂੰ ਇਕੱਠਾ ਕਰਨਾ ਹੋਏ, ਹਰ ਪਰਿਵਾਰ ਦੀ ਮੁਸ਼ਕਿਲ ਜੇ ਹੱਲ ਕਰਦੀ ਹੈ ਤਾਂ ਇੱਕ ਔਰਤ ਕਰਦੀ ਹੈ। ਇਸ ਗੱਲ ਨੂੰ ਧਿਆਨ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਨੀਲੇ ਕਾਰਡ ਹੋਲਡਰ ਪਰਿਵਾਰ ਦੀ ਮੁੱਖ ਔਰਤ ਨੂੰ ਹਰ ਮਹੀਨੇ 2,000 ਰੁਪਇਆ ਮਹੀਨਾ ਉਹਨਾਂ ਦੇ ਖਾਤੇ 'ਚ ਦਿੱਤਾ ਜਾਊਗਾ। ਸਾਲ ਦਾ 24,000 ਰੁਪਇਆ ਉਸ ਮੁਖੀ ਪਰਿਵਾਰ ਦੀ ਔਰਤ ਦੇ ਖਾਤੇ 'ਚ ਦਿੱਤਾ ਜਾਊਗਾ, ਜਿਸ ਕਰਕੇ ਉਸ ਔਰਤ ਨੂੰ ਕਿਸੇ ਚੀਜ਼ ਦੀ ਮੁਸ਼ਕਿਲ ਨਾ ਪਏ। ਆ ਸਾਡਾ ਵਾਅਦਾ ਸਾਰੇ ਪਰਿਵਾਰਾਂ ਨੂੰ ਹੈ।